ਬਹੁਤ ਸਾਰੇ ਨੇ ਜਿਹੜੇ ਅੱਗੋਂ ਬੱਚਾ ਜੰਮਣ ਯੋਗ ਨਹੀਂ ਰਹੇ। ਵੱਧਦੀ ਜਾਂਦੀ ਗਿਣਤੀ ਸਾਡੇ ਉਹਨਾਂ ਨੌਜਵਾਨਾਂ ਦੀ ਜਿਹੜੇ ਅੱਗੋਂ ਬੱਚਾ ਜੰਮਣ ਯੋਗ ਨਹੀਂ, ਜਿਨ੍ਹਾਂ 'ਚੋਂ ਕਈ ਨੇ ਕੋਈ ਦਿਓਰ ਦੇ ਨਾਲ ਜਿਹਨੂੰ ਰਿਲੇਸ਼ਨਸ ਬਣਾਉਣੇ ਪੈ ਰਹੇ ਨੇ, ਕਿਸੇ ਦੇ ਜੇਠ ਦੇ ਨਾਲ, ਕਿ ਉਹਨਾਂ ਦੇ ਰਾਹੀਂ ਹੀ ਘਰ ਦੇ ਅੰਦਰ ਹੀ ਬੱਚਾ ਹੋ ਜਾਏ। ਕਹਿੰਦੇ ਕੁੱਖ ਨਹੀਂ ਕਿਸੇ ਦੀ ਫਰੋਲਣੀ ਚਾਹੀਦੀ ਹੈ ਨਾ, ਪਰ ਅਸੀਂ ਹੁਣ ਇੱਕ ਉਹ ਮੌਕਾ ਆ ਗਿਆ ਕਿ ਕੁੱਖ ਫਰੋਲਣ ਤੱਕ ਵੀ ਸਾਨੂੰ ਜਾਣਾ ਪੈ ਰਿਹਾ ਹੈ। ਅਜਿਹੇ ਵੀ ਕੇਸ ਆਉਣ ਲੱਗੇ ਨੇ ਜਿੱਥੇ ਉਹ ਲਿਵ ਇਨ ਰਿਲੇਸ਼ਨਸ਼ਿਪਸ ਪਸੰਦ ਕਰਦੀਆਂ ਨੇ, ਕਿਉਂਕਿ ਇੰਨਾ ਜ਼ਿਆਦਾ ਦਬਾ ਕੇ ਉਹਨਾਂ ਨੂੰ ਰੱਖਿਆ ਹੁੰਦਾ, ਇੱਥੇ ਹੱਸਣਾ ਨਹੀਂ, ਇੱਥੇ ਨਿਕਲਣਾ ਨਹੀਂ, ਕੱਪੜੇ ਇਹ ਪਾਣੇ ਨੇ, ਸਿਰ ਢੱਕਣਾ। ਫਿਰ ਨਿਕਲਦੀਆਂ ਆਪਣੀ ਮਰਜ਼ੀ ਦਾ ਵਿਆਹ ਕਰਦੀਆਂ, ਜਾਂ ਫਿਰ ਚਲੋ ਜੀ ਮੈਨੂੰ 12ਵੀਂ ਕਰਾਓ, ਆਈਲੈਟਸ ਕਰਾਓ, ਤੇ ਮੈਂ ਉੱਥੇ ਜਾ ਕੇ ਵੀ ਵਿਆਹ ਕੇ ਜਿਸ ਨਾਲ ਭੇਜੋਗੇ ਉਹਨੂੰ ਛੱਡ ਕੇ ਮੈਂ ਆਪਣੀ ਜ਼ਿੰਦਗੀ ਜੀਣੀ ਹੈ। ਸੋ ਜੇ ਅਸੀਂ ਗੂਗਲ ਸਰਚ ਦੀ ਵੀ ਗੱਲ ਕਰੀਏ ਤੇ ਲੋਕ ਸੈਕਸ ਬਾਰੇ ਗੱਲ ਨਹੀਂ ਕਰਨਗੇ, ਪਰ ਸਰਚ ਪੂਰਾ ਦਿਨ ਕਰਦੇ ਹੈ। ਹੋਰ ਤਾਂ ਹੋਰ ਸਾਡੇ ਜਿਹੜੇ ਸੈਕਸ ਐਜੂਕੇਸ਼ਨ ਨੂੰ ਰੋਕਣ ਵਾਲੇ ਨੇ ਨਾ, ਹਾਸਾ ਹੀ ਆਉਂਦਾ ਜਦੋਂ ਪਤਾ ਲੱਗੇ ਕਿ ਉਹ ਬੈਠ ਕੇ ਅਸੈਂਬਲੀਆਂ ਵਿੱਚ ਆਪ ਪੋਰਨ ਮੂਵੀਜ਼ ਦੇਖਦੇ ਨੇ। ਚੀਰ ਫਾੜ ਕਰ ਸਕਦੇ ਆ, ਉਹਨਾਂ ਨੂੰ ਭੋਗ ਸਕਦੇ ਆ, ਉਸ ਜਿਸਮ ਨੂੰ ਨੋਚ ਸਕਦੇ ਆ, ਪਰ ਉਸ ਨੂੰ ਇੰਨੀ ਹੱਕ ਨਹੀਂ ਦੇ ਸਕਦੇ ਕਿ ਆਪਣੇ ਕੁੱਖੋਂ ਬੱਚਾ ਜੰਮਣਾ ਚਾਹੁੰਦੀ ਹੈ ਕਿ ਨਹੀਂ, ਬੇਟੀਆਂ ਨੂੰ ਕਮਾਉਣ ਜੋਗੇ ਬਣਾ ਕੇ ਫਿਰ ਤੋਰੋ ਤਾਂ ਕਿ ਉਹ ਬਰਾਬਰ ਦੀ ਇੱਜ਼ਤ ਪਾ ਸਕਣ। ਮਾਨਸਿਕ ਸਿਹਤ ਵੀ ਜਿਹੜੀ ਹੈ ਉਹ ਪ੍ਰਜਨਨ ਸ਼ਮਤਾ ਦੇ ਉੱਤੇ ਅਸਰ ਕਰਦੀ ਹੈ ਬਹੁਤ ਜ਼ਿਆਦਾ। ਜਦੋਂ ਤੁਸੀਂ ਆਪਣੇ ਮਨ ਵਿੱਚ ਹੀਨ ਭਾਵਨਾ ਭਰ ਲਓ, ਮੈਂ ਕਰ ਹੀ ਨਹੀਂ ਸਕਦਾ, ਤੁਸੀਂ ਉੱਥੇ ਹੀ ਖਤਮ ਹੋ ਜਾਂਦੇ ਹੋ। ਤੇ ਅਸੀਂ ਪੁੱਠੇ ਵਾਲੇ ਪਾਸੇ ਤੁਰ ਗਏ ਵੀ ਤੂੰ ਬਚਪਨ ਦੀਆਂ ਤੇਰੀਆਂ ਨਾਦਾਨੀਆਂ, ਤੂੰ ਹੁਣ ਬਸ ਕਦੇ ਵੀ ਪਿਓ ਨਹੀਂ ਬਣ ਸਕਦਾ। ਸੋ ਉਹ ਬੱਚਾ ਚੰਗਾ ਭਲਾ ਹੁੰਦਿਆਂ ਹੋਇਆਂ ਵੀ ਕੁਝ ਨਹੀਂ ਕਰ ਸਕਦਾ। ਸੋ ਮਾਨਸਿਕ ਸਿਹਤ ਜਿਹੜੀ ਸਾਨੂੰ ਇਸ ਪਾਸੇ ਨੂੰ ਤੋਰ ਰਹੀ ਹੈ, ਪਰ ਇਹਦੇ ਭਿਆਨਕ ਅਸਲ 'ਚ ਜਿਹੜੇ ਸਾਹਮਣੇ ਆਉਣਗੇ ਨਤੀਜੇ, ਉਹ ਬਿਨਾਂ ਲੱਤਾਂ ਦੇ ਜਿਹੜਾ ਐਵਰੈਸਟ ਚੜ੍ਹ ਸਕਦਾ, ਕਿਵੇਂ ਚੜ੍ਹਦਾ? ਇਸੇ ਤਰ੍ਹਾਂ ਹੀ ਚੜ੍ਹਦਾ ਕਿ ਉਹਨਾਂ ਦੇ ਮਨ ਵਿੱਚ ਹੁੰਦਾ ਕਿ ਮੈਂ ਇਹ ਕਰ ਸਕਦਾ। ਸੋ ਸਾਡੇ ਤਾਂ ਅੱਧੇ ਨੌਜਵਾਨ ਸਿਰਫ ਇਸ ਡਰ ਜਾਂ ਭੈ ਨਾਲ ਮੈਂ ਨਹੀਂ ਕਰ ਸਕਣਾ, ਮੈਸਟਰਬੇਸ਼ਨ ਰੋਕ ਕੇ ਸਗੋਂ ਅਸੀਂ ਰੇਪਸ ਵਧਾ ਰਹੇ ਹਾਂ, ਗਲਤ ਚੀਜ਼ ਵੱਲ ਤੁਰੇ ਹਾਂ। ਅਸੀਂ ਜਿਵੇਂ ਦੇ ਏਜੰਟ ਖੜੇ ਕਰ ਦਿੱਤੇ ਨੇ ਸਪਰਮ ਵੇਚਣ ਵਾਲੇ, ਇਹ ਬਹੁਤ ਭਿਆਨਕ ਕੰਮ ਹੋਏਗਾ, ਕਿਉਂਕਿ ਸਾਡੇ ਪੰਜਾਬੀ ਬਹੁਤੇ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੇ। ਤਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਜਿਹੜੀ ਤਾਦਾਦ ਹੈ ਸੰਬੰਧ ਬਣਾਉਣ ਦੀ, ਉਹ ਵੀ ਵਧੀ ਹੈਗੀ ਹੈ। ਮਾਪੇ ਸੋਚਦੇ ਨੇ ਕਿ ਸਭ ਤੋਂ ਸੁਰੱਖਿਅਤ ਇਹ ਕੰਮ ਹੈ ਕਿ ਜਿੰਨੀ ਜਲਦੀ ਵਿਆਹਿਆ ਜਾ ਸਕੇ ਤੋਰ ਦਿਓ, ਨਹੀਂ ਤਾਂ ਇਹ ਕਿਤੇ ਹੋਰ ਸੰਬੰਧ ਬਣਾ ਲਏਗੀ। ਛੋਟੇ ਬੱਚੇ ਪੋਰਨ ਮੂਵੀਜ਼ ਦੇਖਦਿਆਂ ਸਾਡੇ ਕੋਲ ਤਾਂ ਹੁਣ ਇਹੋ ਜਿਹੇ ਕੇਸ ਵੀ ਆਉਣ ਲੱਗ ਗਏ ਜਿੱਥੇ 7ਵੀਂ ਦੇ ਬੱਚੇ ਨੇ 5ਵੀਂ ਦੀ ਬੇਟੀ, 5ਵੀਂ ਕਲਾਸ 'ਚ ਪੜ੍ਹਦੀ ਲੜਕੀ ਦੇ ਨਾਲ ਇੱਦਾਂ ਯਾਨੀ ਮਾੜੀ ਹਰਕਤ ਕੀਤੀ ਕਿ ਤੁਸੀਂ ਉਹਨਾਂ ਨੂੰ ਟਰੰਕ 'ਚ ਬੰਦ ਕਰਕੇ 100 ਜੰਦਰੇ ਲਾ ਕੇ ਸਮੁੰਦਰ 'ਚ ਵੀ ਸੁੱਟ ਦਿਓ ਨਾ, ਉਹ ਕਾਮ ਦੀ ਵਾਸਨਾ ਤੁਸੀਂ ਰੋਕ ਨਹੀਂ ਸਕਦੇ। ਜਿਹੜੀ ਪੰਜਾਬ ਦੀ ਨੌਜਵਾਨੀ ਹੈ ਕਿਤੇ ਨਾ ਕਿਤੇ ਨਾਮਰਦੀ ਵੱਲ ਜਾਂ ਨਾਪੁੰਛਕਤਾ ਦੇ ਵੱਲ ਜਿਹੜੀ ਹੈਗੀ ਹੈ ਉਸ ਪਾਸੇ ਨੂੰ ਵਧੀ ਹੈ, ਜਿਹਦੇ ਨਾਲ ਬੇਔਲਾਦ ਦੇ ਪਨ ਜਿਹੜਾ ਹੈਗਾ ਉਹ ਵਧਿਆ ਆ। ਸੋ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਉੱਘੇ ਸਾਹਿਤਕਾਰਾ, ਲੇਖਿਕਾ ਅਤੇ ਰਜਿੰਦਰਾ ਹਸਪਤਾਲ ਦੇ ਵਿੱਚ ਬਤੌਰ MD ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਡਾਕਟਰ ਹਰਸ਼ਿੰਦਰ ਕੌਰ ਜੀ। ਸੋ ਉਹਨਾਂ ਦੇ ਨਾਲ ਇਸ ਬਾਰੇ ਦੇ ਵਿੱਚ ਗੱਲਬਾਤ ਕਰਾਂਗੀ। ਮੈਮ ਦਾ ਸਵਾਗਤ ਕਰਦੀ ਹਾਂ। ਮੈਂ ਬਹੁਤ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਤੇ। ਸਤਿ ਸ਼੍ਰੀ ਅਕਾਲ। ਤੇ ਪਹਿਲਾਂ ਤੇ ਤੁਹਾਡਾ ਨਾਮ ਹੀ ਇੰਨਾ ਖੂਬਸੂਰਤ ਹੈ, ਚਲੋ ਸ਼ੁਕਰ ਹੈ। ਪਰ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਵੇਖ ਸਕਦੇ ਨੇ, ਸਭਨਾਂ ਨੂੰ ਨਿੱਘੀ ਫਤਿਹ ਜੀ। ਸੋ ਮੈਮ, ਜਿਵੇਂ ਅਸੀਂ ਨੌਜਵਾਨਾਂ ਦੀ ਗੱਲ ਕੀਤੀ ਹੈਗੀ ਹੈ, ਸੋ 20 ਸਾਲ ਦੀ ਉਮਰ ਤੋਂ ਜੇ ਅਸੀਂ ਗੱਲ ਕਰੀਏ ਤੇ ਜਿਹੜੀਆਂ ਰਿਪੋਰਟਸ ਦਾ ਕਹਿਣਾ ਹੈ ਕਿ ਅੰਕੜੇ ਦੱਸ ਰਹੇ ਹੈਗੇ ਕਿ ਨਾਪੁੰਛਕਤਾ ਜਿਹੜੀ ਹੈਗੀ ਹੈ ਪੰਜਾਬੀ ਨੌਜਵਾਨਾਂ ਦੇ ਵਿੱਚ ਵਧੀ ਹੈ। ਔਰ ਤੁਹਾਡਾ ਕੀ ਕਹਿਣਾ ਹੈ, ਕਿਉਂਕਿ ਤੁਹਾਡੇ ਬਹੁਤ ਸਾਰੇ ਆਰਟੀਕਲਸ, ਇੱਕ ਹੋਕਾ ਦੇਣ ਦਾ ਕੰਮ ਲਗਾਤਾਰ ਤੁਹਾਡੇ ਵੱਲੋਂ ਇਹ ਭੂਮਿਕਾ ਨਿਭਾਈ ਜਾ ਰਹੀ ਹੈ ਇਸ ਤੇ ਗੱਲ ਕਰਨ ਦੀ। 2016 ਦੇ ਵਿੱਚ ਵੀ ਤੁਸੀਂ ਕਿਹਾ ਸੀ ਕਿ ਨਸ਼ਿਆਂ ਦੇ ਨਾਲ ਸਭ ਤੋਂ ਵੱਧ ਨਾਪੁੰਛਕ ਜਿਹੜੇ ਨੌਜਵਾਨ ਨੇ ਉਹ ਪੰਜਾਬ ਦੇ ਵਿੱਚ ਹੋ ਰਹੇ ਹੈਗੇ। ਸੋ ਕੀ ਕਹਿਣਾ ਤੁਹਾਡਾ ਇਸ ਵੇਲੇ, ਕਿੱਦਾਂ ਦੇ ਹਾਲਾਤ ਨੇ ਔਰ ਕੀ ਕੁਝ ਬਦਲਿਆ 2016 ਤੋਂ ਬਾਅਦ? ਦੇਖੋ, ਦੋ ਚੀਜ਼ਾਂ ਮੈਂ ਪਹਿਲਾਂ ਕਲੀਅਰ ਕਰ ਦਿਆਂ ਕਿ ਮੈਂ ਹਰ ਘਰ ਵਿੱਚ ਨਹੀਂ ਗਈ ਤੇ ਨਾ ਉਹ ਮੇਰੇ ਅੰਕੜੇ ਸਨ। ਕੁਝ ਆਲ ਇੰਡੀਆ ਇੰਸਟੀਚਿਊਟ ਵਿੱਚ ਜਿਹੜੇ ਰਿਪੋਰਟ ਕਰ ਰਹੇ ਕੇਸ ਸਨ ਨਸ਼ਿਆਂ ਦੇ ਅਧੀਨ, ਕੁਝ PGI ਚੰਡੀਗੜ੍ਹ ਦੇ ਵਿੱਚ ਜਿਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਸਾਡੇ ਕੋਲ ਰਜਿਸਟਰਡ ਹਾਰਡ ਡਰੱਗ ਅਡਿਕਟਸ ਵੀ ਕੁਛ ਇਸ ਪੱਧਰ ਦੀ ਗਿਣਤੀ ਹੈ ਕਿ 4 ਲੱਖ ਮੁੰਡਿਆਂ ਵਿੱਚ ਤੇ ਇਸੇ ਤਰ੍ਹਾਂ ਲਗਭਗ 2.5 ਲੱਖ ਕੁੜੀਆਂ ਜਿਹੜੀਆਂ ਹਾਰਡ ਡਰੱਗ ਅਡਿਕਟਸ ਹੋ ਚੁੱਕੀਆਂ ਨੇ। 2016 ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਨੂੰ ਯਾਨੀ ਵਾਪਸ ਲਿਆਇਆ ਹੀ ਨਹੀਂ ਜਾ ਸਕਦਾ ਨਾਰਮਲ 'ਚ, ਜੋ ਪੱਕੀ ਤੌਰ 'ਤੇ
ਯਾਨੀ ਆਦੀ ਬਣ ਚੁੱਕੇ, ਜਿਨ੍ਹਾਂ ਦੀ ਹੁਣ ਕਿਸੇ ਵੀ ਤਰੀਕੇ ਅਸੀਂ ਉਹਨਾਂ ਨੂੰ ਇਹ ਆਦਤ ਨਹੀਂ ਛੁਡਾ ਸਕਦੇ। ਉਹਦੇ ਸਾਈਡ ਇਫੈਕਟਸ, ਜਿਨ੍ਹਾਂ 'ਚ ਭਾਰੀ ਗਿਣਤੀ HIV ਰੋਗ ਹੋ ਚੁੱਕੇ, ਏਡਜ਼ ਦੇ ਗ੍ਰਸਤ ਨੇ, ਤੇ ਬਹੁਤ ਸਾਰੇ ਨੇ ਜਿਹੜੇ ਅੱਗੋਂ ਬੱਚਾ ਜੰਮਣ ਯੋਗ ਨਹੀਂ ਰਹੇ। ਸੋ ਇਹ ਅੰਕੜੇ ਉਹਨਾਂ ਦੇ ਸੀ, ਜਿਨ੍ਹਾਂ ਵਿੱਚ ਇਹ ਵੀ ਆਇਆ ਕਿ ਸਾਡੇ ਪਿੰਡਾਂ ਦੇ ਵਿੱਚ ਜਿਸ ਤਰੀਕੇ ਬੇਟੀਆਂ ਨੂੰ ਟੈਸਟੋਸਟੇਰੋਨ ਖਵਾਇਆ ਜਾਂਦਾ ਹੈ, ਜੋ ਕਿ ਉੱਥੋਂ ਹੀ ਨੀਮ ਹਕੀਮਾਂ ਤੋਂ ਲੈ ਕੇ ਕਿ ਇਹਨਾਂ ਦੇ ਮੁੰਡਾ ਪੈਦਾ ਹੋ ਜਾਵੇ, ਸੋ ਉਸ ਸਦਕਾ ਵੀ ਹੀਜੜਿਆਂ ਦਾ ਪੈਦਾ ਹੋਣਾ, ਯਾਨੀ ਨਾ ਮੁੰਡਾ ਨਾ ਕੁੜੀ ਰਹਿਣਾ, ਉਹਨਾਂ ਦੇ ਵਿੱਚ ਕੈਂਸਰ ਦਾ ਫਿਰ ਜ਼ਿਆਦਾ ਪਸਾਰ ਹੋਣਾ, ਜਾਂ ਈਵਨ ਮਾਵਾਂ ਜਿਨ੍ਹਾਂ ਨੂੰ ਮੇਲ ਸੈਕਸ ਹਾਰਮੋਨ ਦਿੱਤੇ ਨੇ ਉਹਨਾਂ ਨੂੰ ਕੈਂਸਰ ਹੋਣਾ, ਉਹ ਉਦੋਂ ਦੀਆਂ ਅੰਕੜੇ ਸੀ ਜੀ। ਹੁਣ ਇਸ ਕਰਕੇ ਹੋਰ ਭਿਆਨਕ ਹੋ ਗਏ ਨੇ ਕਿ ਹੁਣ ਮੇਰਾ ਖਿਆਲ ਹੈ ਉਹ ਵੀਡੀਓਜ਼ ਜੋ ਬੇਟੀਆਂ ਆਪ ਵਰਤ ਰਹੀਆਂ ਨੇ ਡਰੱਗਸ, ਉਹਨਾਂ ਦੀਆਂ ਵੀ ਵਾਇਰਲ ਹੋ ਚੁੱਕੀਆਂ, ਜਿਹੜੀਆਂ ਦੱਸਦੀਆਂ ਨੇ ਇੱਕ ਮਿਸਡ ਕਾਲ ਨਾਲ, ਜਾਂ ਜਿਸ ਤਰੀਕੇ ਉਹ ਹੋਸਟਲਾਂ ਦੇ ਵਿੱਚ ਇੱਕ ਭਾਰੀ ਗਿਣਤੀ ਇਕੱਠ ਦੇ ਵਿੱਚ ਉਹ ਵਰਤ ਰਹੀਆਂ ਨੇ ਸਾਰੀਆਂ, ਜਿਨ੍ਹਾਂ 'ਚ ਈਵਨ ਮੈਡੀਕਲ ਕਾਲਜਸ ਤੱਕ ਦੇ ਵਿੱਚ ਵੀਡ ਦੀ ਵਰਤੋਂ ਇੰਨੀ ਜ਼ਿਆਦਾ ਹੋ ਚੁੱਕੀ ਹੈ। ਤੁਸੀਂ ਦੇਖ ਰਹੇ ਹੋ ਬਲੈਂਕ ਬੱਚਾ ਖੜਾ ਹੈ ਤੁਹਾਡਾ, ਨਾ ਰਿਸਪੌਂਡ ਕਰਦਾ ਨਾ ਕੁਛ, ਪਰ ਦੇਖੋ ਨਾ ਇੱਕ ਡਾਕਟਰ ਬੱਚੇ ਵੱਲੋਂ ਇਹ ਚੀਜ਼ਾਂ ਵਰਤਣੀਆਂ ਮਾਇਨੇ ਰੱਖਦੀਆਂ ਨੇ, ਜਿਹੜੀਆਂ ਅੱਗੋਂ ਜਿਨ੍ਹਾਂ ਨੇ ਅੱਗੋਂ ਇਲਾਜ ਵੀ ਕਰਨਾ ਹੈ ਜੀ। ਸੋ ਇਹ ਸਾਰੇ, ਜਿਨ੍ਹਾਂ ਵਿੱਚ ਸਾਡੇ ਆਰਕੀਟੈਕਟ ਵੀ ਅੱਗੋਂ ਨਿਕਲਣੇ ਨੇ, ਕੁਝ ਸਾਡੇ ਇੰਜੀਨੀਅਰ ਨਿਕਲਣੇ ਨੇ, ਇਹ ਸਾਰੇ ਬੱਚੇ ਜਿਸ ਤਰੀਕੇ ਨਸ਼ਿਆਂ 'ਚ ਗ੍ਰਸਤ ਹੋ ਰਹੇ ਨੇ, ਇੱਕ ਮੇਜਰ ਕਾਰਨ ਉਹ, ਕਿਉਂਕਿ ਇਹ ਗਿਣਤੀ ਵਧੀ ਹੈ, ਉਸ ਤੋਂ ਬਾਅਦ ਘਟੀ ਨਹੀਂ। ਬਿਲਕੁਲ। ਸਾਡੇ ਕੋਲ ਨਸ਼ਾ ਛਡਾਊ ਕੇਂਦਰਾਂ ਵਿੱਚ ਰਜਿਸਟਰਡ ਜੋ ਹੋ ਰਹੇ ਨੇ ਉਹ ਵੱਖਰੇ ਨੇ, ਤੇ ਜਿਸ ਤਰੀਕੇ ਸਾਡੀ ਹੁਣ ਇਸ ਵੇਲੇ TB ਤੇ HIV ਦੇ ਜੋ ਨਿਕਲੀ ਆ ਰਹੇ ਨੇ ਕੇਸ, ਬਲੱਡ ਡੋਨੇਸ਼ਨ ਲਈ ਆਉਂਦੇ ਨੇ, ਕਈ ਵਾਰ ਤਾਂ ਅੱਧੇ ਬਲੱਡ ਰੋੜਨੇ ਪੈਂਦੇ ਨੇ ਕਿ ਉਹ HIV ਪੋਜ਼ਿਟਿਵ ਨੇ। ਸੋ ਇਸ ਤਰੀਕੇ ਦੇ ਹਾਲ ਜਦੋਂ ਹੋ ਰਹੇ ਹੋਣ, ਉਹਦੇ ਵਿੱਚ ਵੱਧਦੀ ਜਾਂਦੀ ਗਿਣਤੀ ਸਾਡੇ ਉਹਨਾਂ ਨੌਜਵਾਨਾਂ ਦੀ ਜਿਹੜੇ ਅੱਗੋਂ ਬੱਚਾ ਜੰਮਣ ਯੋਗ ਨਹੀਂ, ਜਿਨ੍ਹਾਂ 'ਚੋਂ ਕਈ ਨੇ ਕੋਈ ਦਿਓਰ ਦੇ ਨਾਲ ਜਿਹਨੂੰ ਰਿਲੇਸ਼ਨਸ ਬਣਾਉਣੇ ਪੈ ਰਹੇ ਨੇ, ਕਿਸੇ ਦੇ ਜੇਠ ਦੇ ਨਾਲ, ਕਿ ਉਹਨਾਂ ਦੇ ਰਾਹੀਂ ਹੀ ਘਰ ਦੇ ਅੰਦਰ ਹੀ ਬੱਚਾ ਹੋ ਜਾਏ, ਜਾਂ ਸਪਰਮ ਖਰੀਦਣੇ ਵਾਲੇ ਪਾਸੇ। ਉਹਨਾਂ 'ਚ ਇੱਕ ਅਹਿਮ ਚੀਜ਼ ਜੋ ਸਾਹਮਣੇ ਆਈ, ਜਿਸ 'ਚ ਬੱਚਾ ਵਿਚਾਰਾ ਕੁਝ ਵੀ ਨਹੀਂ ਕਰ ਰਿਹਾ, ਉਹਨੂੰ ਪਤਾ ਹੀ ਨਹੀਂ, ਐਨਾਬੋਲਿਕ ਸਟੀਰੋਇਡਸ ਇਹ ਇੱਕ ਮੇਜਰ ਰੀਜ਼ਨ ਬਣਦਾ ਜਾਂਦਾ ਜੇ, ਜੋ ਸਾਡਾ ਸਰੀਰ ਬੱਚਿਆਂ ਦਾ ਖੋਖਲਾ ਕਰ ਰਿਹਾ ਜੇ, ਨਪੁੰਸਕਤਾ ਵੱਲ ਵੀ ਵਧਾਉਂਦਾ ਜੇ। ਉਹ ਵਕਤੀ ਤੌਰ 'ਤੇ ਪੱਠੇ ਜ਼ਰੂਰ ਵਧੇ ਦਿਸਦੇ ਨੇ, ਪਰ ਦੇ ਆਰ ਪ੍ਰੋਨ ਟੂ ਕੈਂਸਰਸ, ਹਾਰਟ ਅਟੈਕਸ, ਅਰਲੀ ਤੁਸੀਂ ਦੇਖਦੇ ਹੋਗੇ ਢੇਰਾਂ ਦੇ ਢੇਰ ਨੌਜਵਾਨ ਮੌਤਾਂ ਜੀ। ਸੋ ਉਹ ਡਰੱਗਸ ਹੀ ਨਹੀਂ, ਇਹ ਐਨਾਬੋਲਿਕ ਸਟੀਰੋਇਡਸ ਇੱਕ ਮੇਜਰ, ਜੋ ਕਿ ਸਿਰਫ ਜਿਮ ਦੇ ਵਿੱਚ ਜਾਣ ਲਈ, ਉਹ ਦੂਜਿਆਂ ਨੂੰ ਭਰਮਾਉਣ ਲਈ ਕਿ ਮੇਰੇ ਦੇਖੋ ਮਸਲਸ ਕਿੰਨੇ ਜ਼ਿਆਦਾ ਪ੍ਰੋਮੀਨੈਂਟ ਹੋ ਗਏ, ਇੱਕ ਉਹ ਮੇਜਰ ਕਾਰਨ। ਤੇ ਦੂਸਰਾ, ਵਿਚਾਰੇ ਆਮ ਪੜ੍ਹਨ ਵਾਲੇ ਬੱਚੇ, ਜਿਨ੍ਹਾਂ ਨੂੰ ਸ਼ਾਇਦ ਅੰਦਾਜ਼ਾ ਵੀ ਨਹੀਂ ਕਿ ਅਸੀਂ ਲੈਪਟਾਪ ਉੱਤੇ ਰੱਖ ਕੇ ਬੈਠੇ ਹਾਂ ਗੋਦੀ ਵਿੱਚ, ਤੇ ਉਹ ਲੈਪਟਾਪ ਦੀਆਂ ਕਿਰਨਾਂ ਕਿਸ ਤਰੀਕੇ ਬੇਟੀਆਂ ਦੀਆਂ ਓਵਰੀਜ਼ ਤੇ ਮੁੰਡਿਆਂ ਦੇ ਟੈਸਟਿਸ ਦੇ ਉੱਤੇ ਕਿਸ ਤਰੀਕੇ ਡੈਮੇਜ ਕਰ ਦਿੰਦੀਆਂ ਨੇ, ਜਦੋਂ 2-2 3-3 ਘੰਟੇ ਉਹ ਗੋਦੀ 'ਚ ਪਾ ਕੇ ਰਾਤ ਨੂੰ ਤੇ ਉਹਦੇ 'ਤੇ ਵਰਕ ਕਰਦੇ ਰਹਿੰਦੇ ਨੇ। ਸੋ ਉਹ ਇੱਕ ਨਵਾਂ ਰੀਜ਼ਨ ਉੱਭਰ ਕੇ ਸਾਹਮਣੇ ਆਇਆ, ਜੋ ਕਿ ਰਿਸਰਚ ਬੇਸਡ ਹੈ, ਖੋਜ ਛਪੀ ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ 'ਚ, ਉਹ ਵੀ ਨਾ ਬੜਾ ਮਾਣ ਮੱਤਾ ਜਰਨਲ ਹੈ, ਜਿਸ ਵਿੱਚ ਉਹਨਾਂ ਨੇ ਦੇਖਿਆ ਕਿ ਇਹ ਚੀਜ਼ਾਂ ਨਾਲ ਸਾਡੇ ਬੱਚੇ, ਜਦੋਂ ਕਿ ਹੁਣ ਕੁਝ ਵੀ ਹੋਰ ਨਹੀਂ ਕਰ ਰਹੇ, ਪੜ੍ਹ ਰਹੇ ਨੇ, ਜੇ ਉਹਨਾਂ ਵਿੱਚ ਵੀ ਇਸ ਤਰੀਕੇ ਦੇ ਉਹਨਾਂ ਦੇ ਸਪਰਮ ਕਾਊਂਟ ਘਟਣ ਲੱਗ ਜਾਣ, ਜਾਂ ਬੇਟੀਆਂ ਦੇ ਇਸ ਤਰ੍ਹਾਂ ਕਾਊਂਟਸ ਘਟਣ, ਜਿਹਦੇ ਨਾਲ ਉਹ ਨਾ ਅੱਗੋਂ ਬੱਚਾ ਜੰਮਣ ਯੋਗ ਰਹਿਣ, ਇਹ ਥੋੜ੍ਹਾ ਵਾਕਈ ਫਿਰ ਸਾਨੂੰ ਡਰਾਉਣ ਵਾਲੇ ਅੰਕੜੇ ਨੇ ਕਿ ਇੰਨੀ ਭਾਰੀ ਗਿਣਤੀ 'ਚ ਜਿਸ ਵਿੱਚ ਇਹ ਸਾਨੂੰ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ। ਸੋ ਇਸੇ ਲਈ ਮੈਂ ਤੁਹਾਨੂੰ ਸੌਰੀ ਕੱਟ ਰਹੀ ਹਾਂ, ਵਾਰਨਿੰਗ ਹੈ ਕਿ 20 ਮਿੰਟ ਤੋਂ ਵੱਧ ਤੁਸੀਂ ਲੈਪਟਾਪ ਨਾ ਰੱਖੋ ਆਪਣੀ ਗੋਦ ਵਿੱਚ, ਪੱਟਾਂ ਉੱਤੇ ਨਾ ਰੱਖੋ, ਟੇਬਲ 'ਤੇ ਰੱਖ ਕੇ ਕਰ ਲਓ ਜਾਂ ਉੱਦਾਂ ਕਰ ਲਓ, ਉਹ ਬੈਟਰ ਹੈ। ਜੀ। ਸੋ ਜਿਵੇਂ ਤੁਸੀਂ ਕਿਹਾ ਕਿ ਅੰਕੜੇ ਜੋ 16 ਦੇ ਵਿੱਚ ਤਾਂ ਕੁਛ ਸੀਗੇ, ਉਹਨਾਂ ਤੇ ਹੋਕਾ ਦਿੱਤਾ, ਪਰ ਉਹ ਕਹਿੰਦੇ ਨਾ ਸੂਰਤ ਬਦਲਣੀ ਚਾਹੀਏ, ਪਰ ਉਹ ਬਦਲਣ ਦੀ ਬਜਾਏ ਉਹ ਹੋਰ ਜ਼ਿਆਦਾ ਜਿਹੜੀ ਬੁਰੀ ਹੋਈ ਹੈ। ਇਹਨਾਂ ਦਿਨਾਂ 'ਚ ਕੀ ਸਮਾਜਿਕ ਕਾਰਕ ਕੀ ਮੰਨ ਰਹੇ ਹੋ ਇਹਦੇ? ਦੇਖੋ, ਵੱਡੀ ਕਾਰਨ ਇਹ ਹੈ ਕਿ ਅਸੀਂ ਨਕਾਰਦੇ ਹਾਂ। ਮੈਂ ਡਾਕਟਰ ਵਜੋਂ ਦੱਸਦੀ ਹਾਂ ਕਿ ਜੇ ਅਸੀਂ ਬਿਮਾਰੀ ਨੂੰ ਕਹਿ ਦਈਏ ਨਹੀਂ ਹੈ ਹੀ ਨਹੀਂ, ਤਾਂ ਇਲਾਜ ਕੀ ਕਰਨਾ ਹੋਇਆ। ਸੋ ਸਾਡੇ ਉਹ ਲੋਕ ਮੋਤਬਰ ਜਿਨ੍ਹਾਂ ਨੇ ਇਹਦੇ ਲਈ ਕੁਝ ਕਰਨਾ ਸੀ, ਉਹਨਾਂ ਨੂੰ ਸੌਖਾ ਲੱਗਦਾ ਅੱਖਾਂ ਮੀਟ ਲਓ, ਵੀ ਕਬੂਤਰ ਬੈਠਾ ਅੱਖਾਂ ਮੀਟ ਲੀਆਂ, ਬਿੱਲੀ ਤੋਂ ਬਚ ਜਾਵਾਂਗੇ। ਸੋ ਪਹਿਲੀ ਫੇਜ਼ ਉਹਨਾਂ ਵੱਲੋਂ ਉੱਠਦੀ ਹੈ, ਨਾ ਇਹੋ ਜਿਹਾ ਕੁਛ ਹੁੰਦਾ ਹੀ ਨਹੀਂ ਜੀ। ਇਹ ਉਹ ਨੇ ਜਿਨ੍ਹਾਂ ਨੇ ਡੱਕਾ ਨਹੀਂ ਤੋੜਨਾ ਹੁੰਦਾ, ਪਰ ਉਹਨਾਂ ਨੇ ਕਿ ਸਾਨੂੰ ਕਰਨਾ ਵੀ ਨਾ ਪੈ ਜੇ ਕੰਮ, ਸੋ ਬਿਹਤਰ ਹੈ, ਸੌਖਾ ਹੈ ਹੀ ਨਹੀਂ, ਚੀਜ਼ ਹੀ ਨਹੀਂ ਹੈ।
ਕਿ ਜਿਸ ਤਰੀਕੇ ਸਾਡੇ ਗੀਤ ਸੰਗੀਤ ਵਿੱਚ ਲੱਚਰਤਾ ਆਈ ਹੈ, ਜਿਹਦੇ ਵਿੱਚ ਅਸੀਂ ਗਨ ਕਲਚਰ, ਉਹਨਾਂ ਨੂੰ ਅਸੀਂ ਠੇਕੇ ਦੀਆਂ ਗੱਲਾਂ, ਸ਼ਰਾਬ ਦੀਆਂ ਜਾਂ ਨਸ਼ੇ ਦੀਆਂ ਇਹ ਗੱਲਾਂ ਕਰਨੀਆਂ, ਛੋਟੇ ਬੱਚੇ ਦੇ ਦਿਮਾਗ ਨੂੰ ਸਦੀਵ ਹੀ ਉਸ ਪਾਸੇ ਨੂੰ ਤੋਰਦਾ। ਜੀ। ਤੀਸਰਾ ਅਹਿਮ ਰੋਲ ਘਰਾਂ 'ਚ ਕੀ ਮਾਪੇ ਆਪਣਾ ਰੋਲ ਨਿਭਾ ਰਹੇ ਨੇ, ਕਿ ਉਹਨਾਂ ਨੇ ਆਪਣੀਆਂ ਪਾਰਟੀਆਂ ਵਿੱਚ ਜਾਂ ਆਪ ਉਹਦੇ ਸਾਹਮਣੇ ਤਾਂ ਨਹੀਂ ਕਿਤੇ ਵੀ ਅਸੀਂ ਡਰਿੰਕ ਵੀ ਕਰ ਰਹੇ ਹਾਂ, ਅਸੀਂ ਡਰੱਗਸ ਵੀ ਲੈ ਰਹੇ ਹਾਂ, ਤੇ ਉਹ ਬੱਚਾ ਆਖਰ ਕਿੱਧਰ ਨੂੰ ਤੁਰੇਗਾ। ਜੀ। ਫਿਰ ਕੀ ਅਸੀਂ ਸਕੂਲਸ ਕਾਲਜਸ ਵਿੱਚ ਉਹਨਾਂ ਨੂੰ ਸਦਾਚਾਰਕ ਸਿੱਖਿਆ ਦੇ ਸਕੇ ਜਾਂ ਇੱਕ ਦੌੜ 'ਚ ਸ਼ਾਮਲ ਕੀਤਾ, ਕਮਾਈ ਕਰੋ, ਡਾਲਰ ਲਾਓ, ਤੋੜੋ। ਜੇ ਅਸੀਂ ਮਿਹਨਤ ਨਹੀਂ ਸਿਖਾਈ ਤੇ ਅਸੀਂ ਸਿਰਫ ਇਹੀ ਗੱਲ ਪੇਰੈਂਟਸ ਨੂੰ ਕਰਦੇ ਹਾਂ ਵੀ ਇਹਦਾ ਸ਼ੌਕ ਜਿੱਧਰ ਮਰਜ਼ੀ ਹੋਏ ਪਰ ਟਿਊਸ਼ਨ ਲਾਓ, ਇਹ ਪੜ੍ਹਨਾ, ਉਹ ਸਟ੍ਰੈਸ ਲੈਵਲਸ ਕਿਸ ਦੇ ਨਾਲ ਘਟਣਗੀਆਂ। ਅਸੀਂ ਬੱਚਿਆਂ ਤੇ ਇੰਨਾ ਜ਼ੋਰ ਪਾ ਦਿੱਤਾ ਕਿ ਉਹ ਵਿਚਾਰਿਆਂ ਕੋਲ ਰਾਹ ਹੀ ਨਹੀਂ ਕਿ ਜਾਂ ਖੁਦਕੁਸ਼ੀ ਕਰ ਲਵਾਂ ਤੇ ਜਾਂ ਮੈਂ ਡਰੱਗਸ ਲੈ ਲਵਾਂ। ਸੋ ਤਾਣਾ ਬਾਣਾ ਉਲਝਿਆ ਪਿਆ। ਜਿਵੇਂ ਚੜ੍ਹਦੀ ਕਲਾ ਦਾ ਨਾਰਾ ਜਦੋਂ ਅਸੀਂ ਗੱਲ ਕਰਦੇ ਪੰਜਾਬ ਦੀ ਧਰਤੀ ਤੋਂ ਉੱਠਦਾ ਹੈਗਾ, ਤੁਸੀਂ ਕਹਿ ਰਹੇ ਕਿ ਸਾਡਾ ਜਿਹੜਾ ਗੀਤ ਸੰਗੀਤ ਆ ਜਾਂ ਉਹਦੀ ਜਿਹੜੀ ਲੱਚਰਤਾ, ਗਨ ਕਲਚਰ, ਕਿੱਥੇ ਕਮੀ ਰਹਿ ਗਈ ਕਿ ਸਾਡੇ ਆਦਰਸ਼ ਜਿਹੜੇ ਹੈਗੇ ਆ ਉਹ ਬਦਲ ਗਏ? ਕਿਉਂਕਿ ਤੁਹਾਡੇ ਨਾਲੋਂ ਵੱਧ ਕੋਈ ਨਹੀਂ ਸਮਝ ਸਕਦਾ, ਇੱਕ ਸਾਹਿਤਕਾਰ ਪਰਿਵਾਰ ਦੇ ਵਿੱਚ ਤੁਹਾਡਾ ਜਨਮ ਹੁੰਦਾ, ਤੁਸੀਂ ਤਾਂ ਇਹਨੂੰ ਬੜੀ ਜੜ ਤੋਂ ਦੇਖ ਸਕਦੇ ਆ ਕਿ ਕਿੱਥੇ ਕਮੀ ਰਹੀ ਕਿ ਸਾਡੇ ਬੱਚਿਆਂ ਨੂੰ ਅਸੀਂ ਉਹ ਆਦਰਸ਼ ਹੀ ਨਹੀਂ ਦੇ ਸਕੇ ਜੋ ਉਹਨਾਂ ਦੇ ਆਦਰਸ਼ ਹੋਣੇ ਚਾਹੀਦੇ ਸੀਗੇ। ਕਿਉਂਕਿ ਜਿਹੜਾ ਭਟਕਿਆ ਉਹ ਤਾਂ ਫਿਰ ਕਿਸੇ ਨੂੰ ਵੀ ਅਪਣਾ ਲਏਗਾ। ਬਿਲਕੁਲ। ਦੇਖੋ, ਜੇ ਆਪਾਂ ਨਿੱਕੀ ਜਿਹੀ ਗੱਲ ਹੀ ਦੇਖੀਏ, ਅਸੀਂ ਆਪਣੇ ਗੁਰੂਆਂ ਦਾ ਜਦੋਂ ਦਿਨ ਆਉਂਦਾ, ਜੇ ਤੁਸੀਂ ਧਿਆਨ ਕਰੋਗੇ 250-300 ਕਰੋੜ ਤੱਕ ਦਾ ਖਰਚਾ ਅਸੀਂ ਆਮ ਹੀ ਕਰ ਜਾਂਦੇ ਹਾਂ ਜੀ। ਇਸੇ ਤਰ੍ਹਾਂ ਜੇ ਅੱਜ ਹੋਕਾ ਮਿਲ ਜਾਏ ਨਾ ਕਿ ਇੰਨਾ ਸਾਡੇ ਗੁਰੂ ਦਾ ਘਰ ਬਣਨਾ ਹੈ ਤੇ ਉਹਦੇ ਤੇ ਇੰਨਾ ਖਰਚਾ ਹੋਣਾ, ਯਕੀਨ ਜਾਣਿਓ ਉਸ ਤੋਂ 10 ਗੁਣਾ ਵੱਧ ਸ਼ਾਇਦ ਤੁਸੀਂ ਮੈਂ ਅਸੀਂ ਸਾਰੇ ਹੀ ਜਾਵਾਂਗੇ ਵੀ ਉਹ ਘਰ ਗੁਰੂ ਦਾ ਬਣਨਾ, ਅਸੀਂ ਖਰਚਾ ਕਰਦੇ ਹਾਂ। ਜੀ। ਬਿਲਕੁਲ, ਇਹ ਕਿਸੇ ਵੀ ਦੁਨੀਆ ਦੇ ਕੋਨੇ ਵਿੱਚ ਇਸ ਤਰ੍ਹਾਂ ਦੀ ਗੱਲ ਹੋਵੇ, ਅਸੀਂ ਆਪਣਾ ਢਿੱਡ ਕੱਟ ਕੇ ਵੀ ਇਹ ਕਰ, ਸਾਡੀ ਇਹ ਸੋਚ ਹੈ, ਅਸੀਂ ਬਣਾਉਂਦੇ ਹਾਂ। ਮੈਂ ਥੋੜ੍ਹਾ ਜਿਹਾ ਮੈਂ ਕਿਤੇ ਨਹੀਂ ਕਹਿ ਰਹੀ ਕਿ ਉਹ ਨਾ ਕਰੋ, ਪਰ ਉਹਦੇ ਵਿੱਚੋਂ ਥੋੜ੍ਹੇ ਜਿਹੇ ਧਿਆਨ ਹਿੱਤ ਮੈਂ ਗੱਲਾਂ ਲਿਆਵਾਂ। ਕ੍ਰਿਸਚਨ ਧਰਮ ਨੂੰ, ਕ੍ਰਿਸਚੈਨਿਟੀ ਨੂੰ ਅਪਣਾਉਣ ਵਾਲੇ ਵੱਧ ਰਹੇ ਨੇ, ਕਾਰਨ ਉਹਨਾਂ ਦੇ ਕਹਿੰਦੇ ਨੇ ਜੀ ਗਰੀਬ ਨੇ, ਸਾਡਾ ਇਲਾਜ ਫ੍ਰੀ ਕਰ ਦਿਓ, ਸਾਡੀਆਂ ਬੇਟੀਆਂ ਬੱਚੇ ਪੜ੍ਹ ਲਿਖ ਜਾਣ, ਉਹ ਕਿਤੇ ਮੈਡੀਕਲ ਕਾਲਜ, ਕਿਤੇ ਇੰਜੀਨੀਅਰਿੰਗ ਕਾਲਜ, ਕਿਤੇ ਦਾਖਲੇ ਮਿਲ ਜਾਣ ਤੇ ਅਸੀਂ ਇੱਧਰ ਨੂੰ ਆ ਜਾਂਦੇ ਹਾਂ। ਇਹੀ ਕੁਝ ਸੀ ਗੁਰੂ ਨਾਨਕ ਸਾਹਿਬ ਵਾਲੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਹੀ ਬਣੇ ਸੀ ਨਾ। ਤਾਂ ਉਹਨਾਂ ਨਾਲ ਕੌਣ ਲੋਕ ਜੁੜੇ ਸੀ? ਸਿਰ ਤੇ ਗੋਲੀ ਤਾਂ, ਬੰਦੂਕ ਤਾਂ ਨਹੀਂ ਸੀ ਰੱਖੀ ਵੀ ਤੁਸੀਂ ਮੇਰੇ ਨਾਲ ਜੁੜੋ, ਲੋਕ ਆਪਣੇ ਆਪ ਜੁੜੇ ਸਨ। ਅੱਜ ਦੇ ਦਿਨ ਕੰਪੈਰੀਜ਼ਨ ਕਰ ਲਿਓ, SGPC ਵੱਲੋਂ ਬਣਾਏ ਮੈਡੀਕਲ ਕਾਲਜ ਵਿੱਚ ਕਿੰਨੇ ਸਾਡੇ ਗਰੀਬ ਬੱਚੇ ਫ੍ਰੀ ਪੜ੍ਹੇ। ਤਾਂ ਫਿਰ ਕਿੱਥੇ ਤੋਰ ਰਹੇ ਆ? ਸਾਡਾ ਕੀ ਪੰਜਾਬੀ ਬੱਚਾ ਬਾਹਰ ਜਾ ਕੇ ਮਿਹਨਤ ਨਹੀਂ ਕਰ ਰਿਹਾ? ਹੱਡ ਭੰਨਵੀਂ ਮਿਹਨਤ ਦਿਨ ਰਾਤ ਕਰਦਾ, ਉਹ ਇੱਥੇ ਕਰ ਸਕਦਾ ਸੀ। ਅਸੀਂ ਧੱਕਾ ਮਾਰਿਆ ਉਹਨੂੰ, ਤੂੰ ਜਾ, ਤੇ ਧੱਕਾ ਮਾਰਨ ਵਾਲੇ ਕੌਣ ਨੇ? ਕਿਉਂਕਿ ਉਹ ਏਜੰਟ ਵੀ ਇਹਨਾਂ ਨੂੰ ਜਾ ਕੇ ਕਮਿਸ਼ਨ ਦਿੰਦੇ ਨੇ ਹਰ ਪੱਧਰ ਤੇ। ਸਿਰਫ ਕੁਝ ਸਿਲੈਕਟਿਵ ਲੋਕਾਂ ਨੇ ਆਪਣੇ ਢਿੱਡ ਭਰਨ ਖਾਤਰ ਸਾਡਾ ਲਹੂ ਚੂਸ ਕੇ ਪੰਜਾਬ ਨੂੰ, ਸੱਚ ਦੱਸ ਰਹੀ ਹਾਂ, ਸਿਵਿਆਂ ਦੇ ਰਾਹ ਪਾਇਆ ਜੇ। ਜੀ ਮੈਮ, ਜਿਵੇਂ ਤੁਸੀਂ ਗੱਲ ਕਰ ਰਹੇ ਹਾਂ ਕਿ ਹਾਂ ਅਸੀਂ ਆਦਰਸ਼ ਉਸ ਤਰ੍ਹਾਂ ਨਹੀਂ ਦੇ ਸਕੇ, ਕਿਤੇ ਨਾ ਕਿਤੇ ਅਸੀਂ ਸਮਾਜਿਕ ਤਾਣਾ ਬਾਣਾ ਜਿਹੜਾ ਹੈਗਾ ਉਹ ਪੰਜਾਬੀਆਂ ਦੇ ਹੱਕ ਦਾ ਉਹਨਾਂ ਨੂੰ ਨਹੀਂ ਦੇ ਸਕੇ ਹੈਗੇ। ਤੁਸੀਂ ਪੰਜਾਬ ਦੀ ਕਹਾਵਤ ਹੈ, ਕਹਿੰਦੇ ਕੁੱਖ ਨਹੀਂ ਕਿਸੇ ਦੀ ਫਰੋਲਣੀ ਚਾਹੀਦੀ, ਹੈ ਨਾ? ਪਰ ਅਸੀਂ ਹੁਣ ਇੱਕ ਉਹ ਮੌਕਾ ਆ ਗਿਆ ਕਿ ਕੁੱਖ ਫਰੋਲਣ ਤੱਕ ਵੀ ਸਾਨੂੰ ਜਾਣਾ ਪੈ ਰਿਹਾ ਹੈਗਾ। ਅਸੀਂ ਕਹਿੰਦੇ ਵਿਗਿਆਨ ਨੇ ਬੜੀ ਤਰੱਕੀ ਕਰ ਲਈ, ਜੇ ਕੋਈ ਬੇਔਲਾਦਾ ਤੇ ਉਹਨੂੰ ਔਲਾਦ ਮਿਲ ਜਾਂਦੀ, ਪਰ ਤੁਸੀਂ ਉਹਦੇ ਤੇ ਵੀ ਆਪਣੇ ਸ਼ੰਕੇ ਰੱਖੇ ਕਿ ਪੰਜਾਬਣਾਂ ਦੀ ਕੁੱਖ ਦੇ ਵਿੱਚੋਂ ਹੁਣ ਉਹ ਖੂਨ ਜਾਂ ਉਹ ਜਿਹੜਾ ਮਾਦਾ ਉਹ ਨਹੀਂ ਅੱਗੇ ਜਾ ਰਿਹਾ ਹੈਗਾ। ਉਹ ਕੀ ਡਾਊਟਸ ਨੇ ਮੈਂ ਚਾਹੁੰਦੀ ਹਾਂ, ਔਰ ਕੀ ਔਰਤਾਂ ਦੇ ਵਿੱਚ ਵੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਇਨਫਰਟੀਲਿਟੀ ਜਿਹੜੀ ਹੈਗੀ ਆ ਉਹ ਵਧੀ ਹੈ, ਔਰ ਉਹਦੇ ਕੀ ਤੁਸੀਂ ਕਾਰਨ ਦੇਖਦੇ ਆ? ਹਾਂ ਬਿਲਕੁਲ, ਦੇਖੋ ਜਦੋਂ ਇਨਫਰਟੀਲਿਟੀ ਸੈਂਟਰਸ 'ਤੇ ਜਾਂਦੇ ਨੇ, ਬੇਟੀਆਂ ਦੇ ਵੀ ਬਹੁਤ ਸਾਰੇ ਕਾਰਨ ਨੇ, ਕਿਉਂਕਿ ਅਸੀਂ ਬੇਟੀਆਂ ਨੂੰ ਸਾਹਮਣੇ ਇਹ ਚੀਜ਼ਾਂ ਉਜਾਗਰ ਕਰਦੇ ਹੀ ਨਹੀਂ। ਪਹਿਲੀ ਚੀਜ਼, ਕੋਈ ਜਮਾਂਦਰੂ ਨੁਕਸ ਕਿਸੇ ਤਰ੍ਹਾਂ ਦੇ ਜੀ। ਦੂਸਰੀ ਚੀਜ਼ ਕਿ ਉਹਨਾਂ ਦੀ ਇਰੈਗੂਲੈਰਿਟੀ ਮੈਂਸਟ੍ਰੇਸ਼ਨ ਦੀ, ਜਿਹੜੀ ਕਈ ਵਾਰ ਸਿਰਫ ਹਾਰਮੋਨਲ ਚੇਂਜਸ ਹੁੰਦੀਆਂ ਨੇ ਜਿਨ੍ਹਾਂ ਦਾ ਇਲਾਜ ਹੋ ਸਕਦਾ, ਪਰ ਅਸੀਂ ਦਬਾਉਂਦੇ ਹਾਂ, ਇਹ ਗੱਲ ਕੱਢੀ ਨਾ ਜਾ ਸਕੇ। ਇਸੇ ਤਰ੍ਹਾਂ ਹੁਣ ਕੁਛ ਡਰੱਗ ਅਡਿਕਟਸ ਜਿਵੇਂ ਹੋ ਗਈਆਂ ਜਿਹੜੀਆਂ, ਉਹਨਾਂ ਨੂੰ ਅਸੀਂ ਗੱਲ ਦਬਾਉਂਦੇ ਹਾਂ, ਫਟਾਫਟ ਦੁਹਾਜੂ ਨਾਲ ਵਿਆਹ ਦਿਓ, ਫਟਾਫਟ ਬਾਹਰ NRI ਨਾਲ ਨੜ ਦਿਓ,
ਪਰ ਇਹ ਗੱਲ ਨਹੀਂ, ਅਸੀਂ ਕਿਉਰ ਨਹੀਂ ਉਹਦਾ ਕਰਾਉਣਾ। ਯਾਨੀ ਇਹ ਚੀਜ਼ਾਂ ਨੇ ਜਿਹੜੀਆਂ ਬਹੁਤ ਸਾਰੇ ਕਾਰਨ ਕਿਉਰੇਬਲ ਨੇ, ਪਰ ਅਸੀਂ ਲੁਕਾਉਣ ਖਾਤਰ ਵੀ ਗੱਲ ਨਾ ਸਾਹਮਣੇ ਆਵੇ, ਉਹਨਾਂ ਨੂੰ, ਇਹ ਬੇਟੀਆਂ ਨੂੰ ਵੀ ਅਸੀਂ ਉਸ ਹਾਲ ਤੱਕ ਲੈ ਜਾਂਦੇ ਹਾਂ ਕਿ ਬੱਚੇ ਨਾ ਜੰਮ ਸਕਣ। ਤੇ ਫਿਰ ਕੁਝ ਪਾਸਿਓਂ ਅਜਿਹੇ ਵੀ ਕੇਸ ਆਉਣ ਲੱਗੇ ਨੇ ਜਿੱਥੇ ਉਹ ਲਿਵ ਇਨ ਰਿਲੇਸ਼ਨਸ਼ਿਪਸ ਪਸੰਦ ਕਰਦੀਆਂ ਨੇ, ਕਿਉਂਕਿ ਇੰਨਾ ਜ਼ਿਆਦਾ ਦਬਾ ਕੇ ਉਹਨਾਂ ਨੂੰ ਰੱਖਿਆ ਹੁੰਦਾ, ਇੱਥੇ ਹੱਸਣਾ ਨਹੀਂ, ਇੱਥੇ ਨਿਕਲਣਾ ਨਹੀਂ, ਕੱਪੜੇ ਇਹ ਪਾਣੇ ਨੇ, ਸਿਰ ਢੱਕਣਾ। ਸੋ ਉਹ ਬੇਟੀਆਂ ਇੱਕ ਬਗਾਵਤੀ ਸੁਰ ਨਾਲ ਨਿਕਲਦੀਆਂ ਨੇ ਕਿ ਬਸ ਹੁਣ ਹੋਰ ਨਹੀਂ, ਤੇ ਮੈਂ ਆਪਣੀ ਜ਼ਿੰਦਗੀ ਜੀਣੀ ਹੈ। ਉੱਥੇ ਜਾ ਕੇ ਫਿਰ ਇਹ ਚੀਜ਼ਾਂ ਚੇਂਜ ਓਵਰ ਹੁੰਦੀਆਂ ਕਿ ਅਸੀਂ ਬੱਚਾ ਕਰਨਾ ਜਾਂ ਨਹੀਂ, ਜਾਂ ਅਸੀਂ ਕਿਸੇ ਹੋਰ ਦੀ ਕੁੱਖ ਖਰੀਦਣੀ ਚਾਹੁੰਦੇ ਹਾਂ, ਉਹਦੇ ਰਾਹੀਂ ਅਸੀਂ ਕਰ ਲਵਾਂਗੇ ਬੱਚਾ। ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਸਾਹਮਣੇ ਆ ਗਈਆਂ ਨੇ, ਜਿਨ੍ਹਾਂ ਵਿੱਚ ਹੁਣ ਕਈ ਐਸੇ ਕੇਸ ਵੀ ਸਾਨੂੰ ਦਿਸੇ ਨੇ ਜਿੱਥੇ ਬੇਟੀਆਂ ਆਪਣੇ ਇਸ ਕੌਮ ਦੇ ਅੰਦਰ ਜਾਂ ਪੰਜਾਬੀਆਂ ਨਾਲ ਵਿਆਹ ਕਰਨ ਤੋਂ ਦੌੜਦੀਆਂ ਨੇ। ਉਹਨਾਂ ਨੂੰ ਲੱਗਦਾ ਹੈ ਕਿ ਇਸ ਥਾਂ 'ਤੇ ਮੈਂ ਵਾਪਸ ਕਿਤੇ ਉਸੇ ਹੀ ਸ਼ਿਕੰਜੇ 'ਚ ਨਾ ਕੱਸੀ ਜਾਵਾਂ ਕਿ ਇੰਝ ਬੈਠਣਾ, ਇੰਝ ਉੱਠਣਾ। ਸੋ ਇਹ ਉਹ ਲਿਖਣ ਹੀ ਲੱਗ ਗਈਆਂ ਕਿ ਸਾਨੂੰ ਤਾਂ ਇਸ ਤੋਂ ਬਾਹਰ ਅਸੀਂ ਜਾਣਾ ਜਾਂ ਹੋਰ ਥਾਂ 'ਤੇ ਜਾ ਕੇ ਵਿਆਹ ਕਰਨਾ ਚਾਹੁੰਦੇ ਹਾਂ। ਯਾਨੀ ਇਹ ਐਕਸਟ੍ਰੀਮ ਦੱਸ ਰਹੀਆਂ ਕਿ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ। ਹੁਣ ਇੱਕ ਬੇਟੀ ਫਰਜ਼ ਕਰੋ ਬਣਨਾ ਚਾਹੁੰਦੀ ਹੈ ਕਿ ਮੈਂ ਬਹੁਤ ਸੋਹਣੀ ਪੇਂਟਿੰਗ ਕਰ ਲੈਂਦੀ ਹਾਂ, ਮੈਂ ਇਹਦੇ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ, ਪਰ ਉਸ 'ਤੇ ਥੋਪ ਦਿੱਤਾ ਗਿਆ ਨਹੀਂ ਤੂੰ ਵਿਆਹ ਕਰਨਾ ਹੀ ਕਰਨਾ ਬਸ, ਤੇ ਇਸ ਤੋਂ ਬਾਅਦ ਦੇਖੀ ਜੋ ਕਰਨੇ, ਸ਼ੌਕ ਪੂਰੇ ਨਹੀਂ ਕਰਨੇ। ਤਾਂ ਉਸ ਬੇਟੀ ਕੋਲ ਦੋ ਹੀ ਰਾਹ ਨੇ ਕਿ ਜਾਂ ਤਾਂ ਮੈਮ ਅਸੀਂ ਸਾਰੇ ਜਾਣਦੇ ਕਿ ਹਾਂ ਨੀਮ ਹਕੀਮ ਖਤਰਾ ਜਾਨ, ਹੈ ਨਾ, ਫਿਰ ਵੀ ਬਹੁਤ ਵੱਡੇ ਵੱਡੇ ਬੋਰਡਸ ਲਿਖੇ ਹੁੰਦੇ ਆ ਕਿ ਗੁਪਤ ਰੋਗਾਂ ਦੇ ਮਾਹਿਰ, ਜਾਂ ਲੋਕ ਇੱਧਰ ਨੂੰ ਭੱਜਦੇ ਆ। ਪਰ ਬਹੁਤ ਘੱਟ ਕੇਸਿਸ ਇੱਦਾਂ ਦੇ ਰਹਿੰਦੇ ਕਿ ਕਿਸੇ ਯੂਰੋਲੋਜਿਸਟ ਕੋਲ ਜਾਣ ਜਾਂ ਕਿਸੇ ਗਾਇਨੋਲੋਜਿਸਟ ਕੋਲੋਂ ਜਾਣ। ਤੁਸੀਂ ਕੀ ਕਾਰਨ ਦੇਖਦੇ ਆ ਕਿ ਇਹ ਵੀ ਇੱਕ ਕਾਰਨ ਹੈ ਜਿਹੜਾ ਲੋਕ ਆਪਣੇ ਪੱਧਰ ਤੇ ਜਾਂ ਲੁਕ ਛਿਪ ਕੇ ਇਲਾਜ ਇਹਨਾਂ ਚੀਜ਼ਾਂ ਦੇ ਉੱਤੇ ਖੁੱਲ੍ਹ ਕੇ ਨਾ ਗੱਲ ਕਰਨਾ, ਇਹਦੇ ਕਰਕੇ ਵੀ ਇਹ ਗੰਭੀਰ ਸਮੱਸਿਆਵਾਂ ਬਣ ਰਹੀਆਂ ਨੇ? ਬਿਲਕੁਲ, ਇਹ ਅਵੇਅਰਨੈਸ ਦੀ ਕਮੀ ਦਰਅਸਲ ਸਾਨੂੰ ਉਸ ਪਾਸੇ ਨੂੰ ਲੋਕਾਂ ਨੂੰ ਤੋਰ ਰਹੀ ਹੈ। ਕਿਉਂਕਿ ਸਾਨੂੰ ਜੇ ਅਸੀਂ ਕਹਿ ਹਾਂ ਨਾ ਵੀ ਫਲਾਣਾ ਸਾਈਕੈਟਰੀ 'ਚ ਦਿਖਾ ਕੇ ਆਇਆ, ਅੱਛਾ ਪਾਗਲ ਹੈ, ਯਾਨੀ ਅਸੀਂ ਇਹ ਗਿਣਦੇ ਹੀ ਨਹੀਂ ਕਿ ਕਿਸੇ ਨੂੰ ਸਟ੍ਰੈਸ ਹੋ ਸਕਦਾ, ਤਣਾਅ ਹੋ ਸਕਦਾ, ਉਹਦੇ ਕਰਕੇ ਵੀ ਡਾਕਟਰ ਕੋਲ ਗਿਆ। ਪਰ ਸਾਈਕੈਟਰੀ ਇੱਕ ਸ਼ਬਦ ਅਜਿਹਾ ਅਸੀਂ ਦਿਮਾਗ ਨੂੰ ਚਾੜ ਲਿਆ ਇਹ ਤਾਂ ਪਾਗਲ ਹੀ ਜਾਂਦੇ ਨੇ। ਯਾਨੀ ਸਾਡੇ ਡਿਪਰੈਸ਼ਨ ਨਾਲ ਮਰ ਭਾਵੇਂ ਜਾਈਏ, ਇਲਾਜ ਕਰਾਉਣ ਨਹੀਂ ਨਿਕਲਦੇ। ਐਗਜ਼ੈਕਟਲੀ ਉਹੀ ਕਿ ਮੇਰੇ ਤੇ ਨਾ ਮਰਦ ਵਰਗੀ ਇਹ ਚੀਜ਼, ਹਾਲਾਂਕਿ ਤੁਸੀਂ ਹੈਰਾਨ ਹੋਗੇ 80% ਨੂੰ ਕੁਝ ਵੀ ਨਹੀਂ ਹੁੰਦਾ, ਸਿਰਫ ਆਪਣੇ ਅੰਦਰ ਦੀ ਘਬਰਾਹਟ ਸਦਕਾ ਹੀ ਉਹ ਨਹੀਂ ਪਰਫਾਰਮ ਕਰ ਸਕਦੇ, ਇਹੀ ਹੁੰਦਾ ਜੇ, ਕੁਝ ਵੀ ਨਹੀਂ। ਪਰ ਉਹ ਕਿਉਂਕਿ ਉਹਨਾਂ ਨੂੰ ਇੰਨਾ ਜ਼ਿਆਦਾ ਇਸ ਚੀਜ਼ ਦਾ ਡਰ ਭੈ ਅਸੀਂ ਉਹਨਾਂ ਦੇ ਮਨਾਂ ਵਿੱਚ ਵਾੜ ਦਿੱਤਾ ਹੈ ਕਿ ਇੱਕ ਬੰਦਾ ਜੇ ਨਹੀਂ ਕਰ ਸਕਦਾ, ਨਾ ਮਰਦ ਪਤਾ ਨਹੀਂ ਹੋ ਗਿਆ, ਜਾਂ ਉਹ ਕੁਛ ਵਾੜ ਦਿੱਤਾ ਕਿ ਸਾਡੇ ਬੱਚੇ ਨੋਰਮਲ ਹੁੰਦਿਆਂ ਹੋਇਆਂ ਵੀ ਅਸੀਂ ਉਹਨਾਂ ਨੂੰ ਬਿਮਾਰ ਕਰ ਛੱਡਿਆ। ਤੇ ਉਹ ਡਰ ਤੇ ਘਬਰਾਹਟ ਨਾਲ ਹੀ ਨਹੀਂ ਕਰ ਸਕਦੇ, ਜੋ ਕਿ ਸਿਰਫ ਇਸ ਕਾਰਨ ਕਿ ਮੈਂ ਇੱਧਰੋਂ ਨੀਮਾਂ ਹਕੀਮਾਂ ਦੇ ਚੱਕਰਾਂ 'ਚ। ਸੋ ਜੇ ਅਸੀਂ ਇੰਨੀ ਕੁ ਗੱਲ ਖੁੱਲ੍ਹ ਕੇ ਡਾਕਟਰ ਨਾਲ ਕਰ ਲਈਏ ਜੀ ਤਾਂ ਸਾਡੇ 80% ਬੱਚੇ ਨੋਰਮਲ ਨਿਕਲਣਗੇ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਜੀ ਸੋ ਜੇ ਅਸੀਂ ਗੂਗਲ ਸਰਚ ਦੀ ਵੀ ਗੱਲ ਕਰੀਏ ਤੇ ਲੋਕ ਸੈਕਸ ਬਾਰੇ ਗੱਲ ਨਹੀਂ ਕਰਨਗੇ ਪਰ ਸਰਚ ਪੂਰਾ ਦਿਨ ਕਰਦੇ ਹੈ। ਹੋਰ ਤਾਂ ਹੋਰ, ਸਾਡੇ ਜਿਹੜੇ ਸੈਕਸ ਐਜੂਕੇਸ਼ਨ ਨੂੰ ਰੋਕਣ ਵਾਲੇ ਨੇ ਨਾ, ਹਾਸਾ ਹੀ ਆਉਂਦਾ ਜਦੋਂ ਪਤਾ ਲੱਗੇ ਕਿ ਉਹ ਬੈਠ ਕੇ ਅਸੈਂਬਲੀਆਂ ਵਿੱਚ ਆਪ ਪੋਰਨ ਮੂਵੀਜ਼ ਦੇਖਦੇ ਨੇ। ਤੇ ਜਿਸ ਤਰੀਕੇ ਸਾਡੀਆਂ ਨਾਬਾਲਗ ਬੇਟੀਆਂ ਖਰਾਬ ਹੋ ਰਹੀਆਂ ਨੇ ਇਹਨਾਂ ਦੇ ਭਾੜੇ ਦੇ ਗੁੰਡਿਆਂ ਦੇ ਹੱਥੋਂ, ਜਾਂ ਇਹ ਆਪ ਜਿਸ ਤਰੀਕੇ ਉਹਨਾਂ ਬੇਟੀਆਂ ਦਾ ਸ਼ੋਸ਼ਣ ਕਰਦੇ ਨੇ, ਭਾਵੇਂ ਧਾਰਮਿਕ ਥਾਵਾਂ 'ਤੇ ਜਾ ਕੇ ਹੋ ਰਿਹਾ ਹੋਵੇ, ਸਭ ਕੁਛ ਹੋ ਰਿਹਾ। ਪਰ ਜਦੋਂ ਅਸੀਂ ਕਹਿੰਦੇ ਹਾਂ ਕਿ ਉਹਦੀ ਸਰੀਰਕ ਜਾਣਕਾਰੀ ਬੱਚੀ ਨੂੰ ਜ਼ਰੂਰੀ ਹੈ, ਕਿ ਉਹਨੂੰ ਚੰਗੀ ਛੋ ਮਾੜੀ ਛੋ ਬਾਰੇ ਪਤਾ ਹੋਵੇ, ਘੱਟੋ ਘੱਟ ਆਪਣੇ ਆਪ ਨੂੰ ਬਚਾ ਸਕੇ, ਤਾਂ ਅਸੀਂ ਚੀਕਾਂ ਮਾਰਨ ਲੱਗ ਜਾਂਦੇ ਹਾਂ। ਕੋਈ ਸੈਕਸੁਅਲ ਐਕਟ ਨਹੀਂ ਸਮਝਾ ਰਿਹਾ, ਪਰ ਉਹਨਾਂ ਬੇਟੀਆਂ ਨੂੰ ਸਮਝ ਤਾਂ ਹੋਵੇ ਕਿ ਨਜ਼ਰ ਮਾੜੀ ਹੈ, ਇਹ ਹੱਥ ਜਾਂ ਇਹ ਟੋਹ ਰਿਹਾ ਬੰਦਾ, ਇਹ ਵੀ ਮਾੜਾ ਹੈ। ਇੰਨੀ ਵੀ ਜਾਣਕਾਰੀ ਦੇਣ ਤੋਂ ਚੀਕਾਂ ਮਾਰਦੇ ਨੇ ਕਿ ਕਿਉਂ ਦੱਸ ਰਹੇ ਹੋ, ਜਾਂ ਆਪਣੇ ਸਰੀਰ ਦੀ ਸਾਫ਼ ਸਫਾਈ ਕਿਵੇਂ ਰੱਖਣੀ ਹੈ। ਤੁਹਾਨੂੰ ਜੇ ਕੋਈ ਇਸ ਤਰੀਕੇ ਦਾ ਹੈ, ਤੁਸੀਂ ਜਿਹੜੇ ਇਹ ਲਾਗ ਦੀਆਂ ਬਿਮਾਰੀਆਂ ਤੋਂ ਬਚਣਾ ਕਿਵੇਂ ਆ, ਅਸੀਂ ਕਿਉਂ ਨਹੀਂ ਦੱਸ ਸਕਦੇ? ਯਾਨੀ ਦੋਗਲਾਪਨ ਹੈ ਸਾਡੇ 'ਚ ਕਿ ਅਸੀਂ ਉਹਨਾਂ ਨੂੰ ਚੀਰ ਫਾੜ ਕਰ ਸਕਦੇ ਹਾਂ, ਉਹਨਾਂ ਨੂੰ ਭੋਗ ਸਕਦੇ ਹਾਂ, ਉਸ ਜਿਸਮ ਨੂੰ ਨੋਚ ਸਕਦੇ ਹਾਂ, ਪਰ ਉਸ ਨੂੰ ਇੰਨੀ ਹੱਕ ਨਹੀਂ ਦੇ ਸਕਦੇ ਕਿ ਆਪਣੇ ਕੁੱਖੋਂ ਬੱਚਾ ਜੰਮਣਾ ਚਾਹੁੰਦੀ ਹੈ ਕਿ ਨਹੀਂ, ਜਾਂ ਤੂੰ ਆਪਣੇ ਸਰੀਰ ਦੀ ਜਾਣਕਾਰੀ ਲੈਣਾ ਚਾਹੁੰਦੀ ਹੈ ਕਿ ਨਹੀਂ। ਅਸੀਂ ਇਸ 'ਤੇ ਵੀ ਅਜੇ ਰੋਕ ਰੱਖੀ ਹੋਈ ਹੈ। ਜੀ ਮੈਂ ਤਾਂ ਕਹਿ ਹੀ ਰਹੀ ਹਾਂ ਤੁਹਾਡੇ ਰਾਹੀਂ ਜਿਹੜੇ ਸੁਣ ਰਹੇ ਨੇ, ਸਿਰਫ ਇੱਕ ਦਿਨ ਦੇ ਦਿਓ ਜਿਸ ਦਿਨ ਆਪਾਂ ਕਹਿ ਦਈਏ ਅੱਜ ਦੇ ਦਿਨ ਆਹ ਫਲਾਣਾ ਦਿਨ ਜੇ ਜਿਹੜਾ ਮਰਜ਼ੀ ਰੱਖ ਲਓ ਕਿ ਸਭਨਾਂ ਦੇ ਪੁੱਤਰ
6 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲਣਗੇ। ਜ਼ਰਾ ਉਸ ਤੋਂ ਅਗਲੇ ਦਿਨ ਅੰਕੜੇ ਦੇਖਿਓ ਕਿੰਨੇ ਬਲਾਤਕਾਰ ਹੋਏ, ਜੇ ਨਹੀਂ ਹੋਏ ਤਾਂ ਕੌਣ ਜ਼ਿੰਮੇਵਾਰ ਹੈ। ਜੀ ਸੋ ਬਿਲਕੁਲ ਇਹ ਤਾਂ ਮੈਮ ਹੋ ਗਿਆ ਸਮਾਜਿਕ ਤੌਰ ਤੇ ਤਸਵੀਰ ਬਦਲਣ ਦੀ ਗੱਲ। ਜਿਵੇਂ ਮੈਂ ਨਿੱਜੀ ਤੌਰ ਤੇ ਜਾਂ ਇੱਕ ਉਹ ਨੌਜਵਾਨ ਜਿਹੜਾ ਇਸ ਵੀਡੀਓ ਦੇ ਜ਼ਰੀਏ ਸਾਡੇ ਨਾਲ ਜੁੜਿਆ, ਜਿਹਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਸਮੱਸਿਆ ਨਾਲ ਕਦੀ ਵਾਹ ਪੈ ਸਕਦਾ ਜਾਂ ਉਹਦੇ ਆਸੇ-ਪਾਸੇ ਦੇ ਕਿਸੇ ਦਾ ਵਾਹ ਪੈ ਸਕਦਾ। ਜਿਵੇਂ ਗੱਲ ਕੀਤੀ ਕਿ ਪ੍ਰਜਨਨ ਸ਼ਮਤਾ ਔਰਤਾਂ ਦੀ ਵੀ ਘਟ ਰਹੀ ਹੈਗੀ ਹੈ, ਮੁੰਡਿਆਂ ਦੇ ਵਿੱਚ ਆਪਾਂ ਨਾਮਰਦਗੀ ਕਹਿ ਦਿੰਦੇ ਹੈਗੇ ਆ। ਸੋ ਇਹਦੀ ਇਹ ਹੋ ਰਹੀ ਹੈ, ਆਪਣੇ ਪੱਧਰ ਦੇ ਉੱਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ? ਜੀ ਜਿਵੇਂ ਸਾਰਾ ਕੁਝ ਹੁਣ ਆਪਾਂ ਕਰ ਲਿਆ, ਉੱਦਾਂ ਖੁਰਾਕ 'ਤੇ ਵੀ ਜ਼ਰੂਰ, ਕਿਉਂਕਿ ਅਸੀਂ ਖੁਰਾਕ ਅਤੇ ਕਸਰਤ ਦੋ ਅਹਿਮ ਚੀਜ਼ਾਂ ਨੇ ਜਿਨ੍ਹਾਂ ਵੱਲ ਕਈ ਖਿਆਲ ਨਹੀਂ ਕਰਦੇ। ਜੀ ਕਿਉਂਕਿ ਮੈਂ ਦੱਸਿਆ ਸੀ ਤਾਂ ਮਸ਼ੀਨ ਬਣਾ ਦਿੱਤੀ ਕਿ ਤੂੰ ਪੜ੍ਹ 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 ਬਸ ਖਤਮ ਹੋ ਜਾਏ, ਇਹਦੇ ਵਿੱਚ ਹੀ ਖੁਦਕੁਸ਼ੀ ਕਰ ਲੈ। ਸੋ ਪਹਿਲੀ ਚੀਜ਼ ਤਾਂ ਸਰੀਰ ਨੂੰ ਜੇ ਤੋਰਨਾ ਜੇ ਤਾਂ ਕਸਰਤ ਹਰ ਹਾਲ 'ਚ ਲਾਜ਼ਮੀ ਹੈ, ਜਿਹਦੇ ਨਾਲ ਅਸੀਂ ਹੁਣ ਤਾਂ ਮੰਨਿਆ ਜਾ ਚੁੱਕਿਆ ਕਿ ਕੈਂਸਰ ਹੋਏ, ਬਲੱਡ ਪ੍ਰੈਸ਼ਰ ਹੋਏ, ਸ਼ੂਗਰ ਦੀ ਬਿਮਾਰੀ ਹੋਏ ਜਾਂ ਅਣਗਿਣਤ ਹੋਰ ਰੋਗ ਨੇ ਜਿਹੜੇ ਕਸਰਤ ਦੇ ਨਾਲ ਤੁਸੀਂ ਕਾਬੂ 'ਚ ਰੱਖ ਸਕਦੇ ਹੋ। ਸੋ ਸਾਡੇ ਜਿਹੜੇ ਇਹ ਝੂਠੀ ਯਾਨੀ ਅਸੀਂ ਪੱਠੇ ਬਣਾ ਲਏ ਮਸਲਸ ਨੂੰ ਕਰਨ ਨਾਲੋਂ ਜੇ ਰੈਗੂਲਰ ਅਸੀਂ ਸਾਰੇ ਕਸਰਤ ਕਰਨ ਵੱਲ ਧਿਆਨ ਦਈਏ, ਕਿਉਂਕਿ ਸਾਡੀ ਸੋਚ ਸਾਨੂੰ ਬਜ਼ੁਰਗ ਕਰਦੀ ਹੈ। ਅਸੀਂ ਦੇਖੇ ਨੇ 70 ਵਰਿਆਂ ਦੇ ਵੀ ਜਿਹੜੇ ਦੌੜਦੇ ਫਿਰਦੇ ਆਰਾਮ ਨਾਲ ਨੋਰਮਲ ਫਿਰਦੇ ਨੇ, ਤੇ ਦੂਜੇ ਪਾਸੇ 30 ਵਰਿਆਂ ਦੇ ਵੀ ਹਾਏ ਗੋਡੇ ਬਦਲਵਾਉਣੇ ਨੇ। ਤਾਂ ਭਾਈ ਪਹਿਲਾਂ ਤਾਂ ਕਸਰਤ ਰੈਗੂਲਰ ਕਰਨੀ ਅਸੀਂ ਰੂਟੀਨ ਬਣਾਈਏ ਜੀ, ਜਿਹਦੇ ਵਿੱਚ ਘੱਟੋ ਘੱਟ 40 ਤੋਂ 45 ਮਿੰਟ ਹਫਤੇ ਵਿੱਚ 5 ਦਿਨ ਤਗੜੀ ਕਸਰਤ, ਜਿਸ 'ਚ ਦੌੜ ਸਕਦੇ ਹੋ, ਰੱਸੀ ਟੱਪ ਸਕਦੇ ਹੋ, ਪੌੜੀਆਂ ਚੜ੍ਹ ਉਤਰ ਸਕਦੇ ਹੋ, ਸਵਿਮਿੰਗ ਕਰ ਸਕਦੇ ਹੋ, ਸਾਈਕਲਿੰਗ ਕਰ ਸਕਦੇ ਹੋ। ਇਹ ਹਰ ਹਾਲ ਵਿੱਚ ਲਾਜ਼ਮੀ ਹੈ। ਜੀ ਦੂਸਰੀ ਚੀਜ਼ ਖੁਰਾਕ ਜਿਹੜੀ ਸਾਨੂੰ ਹੁਣ ਇਸ ਵੇਲੇ ਮਾਰ ਰਹੀ ਜੇ, ਜਿਹਦੇ 'ਚ ਨੂਡਲਸ ਵਰਗੀਆਂ ਚੀਜ਼ਾਂ ਵਿੱਚ ਵੀ ਅਜੀਨੋਮੋਟੋ ਜੋ ਕੈਂਸਰ ਕਰ ਰਿਹਾ ਜੇ। ਅਸੀਂ ਆਪਣੇ ਕੰਮਕਾਰ ਤੋਂ ਥੋੜ੍ਹਾ ਜਿਹਾ ਯਾਨੀ ਪਹਿਲਾਂ ਤਾਂ ਰਿਮੋਟ ਕੰਟਰੋਲਾਂ 'ਚ ਅੜੇ ਹੋਏ ਸਾਂ, ਹੁਣ ਅਸੀਂ ਆਰਡਰ ਸਾਨੂੰ ਆਨਲਾਈਨ ਪਸੰਦ ਹੈ। ਸੋ ਜਿੰਨੇ ਕੁ ਅਸੀਂ ਬਿਮਾਰੀਆਂ ਸਹੇੜ ਰਹੇ ਹਾਂ, ਉਹਨਾਂ ਬਹੁਤਿਆਂ ਦੇ ਵਿੱਚ ਇਹੀ ਖਾਣੇ ਜਿਨ੍ਹਾਂ ਦੇ ਵਿੱਚ ਜ਼ਹਿਰ ਅਸੀਂ ਆਪ ਹੀ ਤਰੋਂਕਦੇ ਪਏ ਹਾਂ, ਉਹ ਸਾਰਾ ਕੁਝ ਅੰਦਰ ਲੰਘਾਉਂਦੇ ਹਾਂ। ਜਿਸ ਤਰੀਕੇ ਦੀ ਗੰਦਗੀ ਅਸੀਂ ਬਾਹਰੋਂ ਲੈਂਦੇ ਹਾਂ, ਉਹਦੇ ਨਾਲੋਂ ਬਿਹਤਰ ਹੈ ਆਪਣੇ ਘਰਾਂ ਵਿੱਚ ਭਾਵੇਂ ਗਮਲਿਆਂ ਵਿੱਚ ਹੀ ਸਬਜ਼ੀਆਂ ਬੀਜੋ। ਘਰ ਦਾ ਚੀਜ਼ ਜਦੋਂ ਅਸੀਂ ਖਾਣਾ ਸ਼ੁਰੂ ਕਰਾਂਗੇ, ਬਹੁਤ ਸਾਰੇ ਰੋਗ ਵੀ ਹਟਣਗੇ ਅਤੇ ਅਸੀਂ ਤੰਦਰੁਸਤ ਹੋ ਸਕਦੇ ਹਾਂ। ਜੀ ਅਤੇ ਮਾਨਸਿਕ ਸਿਹਤ ਅਸਲ 'ਚ ਅਸੀਂ ਧਿਆਨ ਨਹੀਂ ਦਿੰਦੇ, ਸਰੀਰਕ ਤਾਂ ਦੇ ਦਿੰਦੇ ਹਾਂ। ਸੋ ਮਾਨਸਿਕ ਸਿਹਤ ਲਈ ਜ਼ਰੂਰੀ ਜੇ ਅਸੀਂ ਥੋੜ੍ਹੇ ਚੰਗੀਆਂ ਕਿਤਾਬਾਂ ਪੜ੍ਹੀਏ, ਚੰਗੇ ਪ੍ਰੋਗਰਾਮ ਵੇਖੀਏ। ਉਹ ਚੀਜ਼ਾਂ ਸਾਨੂੰ ਸਾਡੀ ਸੋਚ ਉਸਾਰੂ ਕਰਦੀਆਂ ਨੇ, ਸਾਨੂੰ ਗਿਆਨਵਾਨ ਬਣਾਉਂਦੀਆਂ ਨੇ। ਸਿਹਤ ਵੀ ਜਿਹੜੀ ਹੈ ਉਹ ਪ੍ਰਜਨਨ ਸ਼ਮਤਾ ਦੇ ਉੱਤੇ ਅਸਰ ਕਰਦੀ ਹੈ ਬਹੁਤ ਜ਼ਿਆਦਾ। ਜਦੋਂ ਤੁਸੀਂ ਆਪਣੇ ਮਨ ਵਿੱਚ ਹੀਨ ਭਾਵਨਾ ਭਰ ਲਓ ਮੈਂ ਕਰ ਹੀ ਨਹੀਂ ਸਕਦਾ, ਤੁਸੀਂ ਉੱਥੇ ਹੀ ਖਤਮ ਹੋ ਜਾਂਦੇ ਹੋ। ਅਤੇ ਜਦੋਂ ਤੁਸੀਂ ਬਿਨਾਂ ਲੱਤਾਂ ਦੇ ਜਿਹੜਾ ਐਵਰੈਸਟ ਚੜ੍ਹ ਸਕਦਾ, ਕਿਵੇਂ ਚੜ੍ਹਦਾ? ਇਸੇ ਤਰ੍ਹਾਂ ਹੀ ਚੜ੍ਹਦੇ ਆ ਕਿ ਉਹਨਾਂ ਦੇ ਮਨ ਵਿੱਚ ਹੁੰਦਾ ਕਿ ਮੈਂ ਇਹ ਕਰ ਸਕਦਾ। ਸੋ ਸਾਡੇ ਤਾਂ ਅੱਧੇ ਨੌਜਵਾਨ ਸਿਰਫ ਇਸ ਡਰ ਜਾਂ ਭੈ ਨਾਲ ਮੈਂ ਨਹੀਂ ਕਰ ਸਕਣਾ, ਮੈਨੂੰ ਕਹਿ ਦਿੱਤਾ ਸੀ ਜੀ ਮੈਸਟਰਬੇਸ਼ਨ ਕਰ ਦਿਓ, ਐਡਾ ਹਊਆ ਬਣਾ ਦਿੱਤਾ ਜਿਹਨੂੰ ਅਸੀਂ ਨੋਰਮਲ ਗਿਣਦੇ ਹਾਂ। ਮੈਸਟਰਬੇਸ਼ਨ ਰੋਕ ਕੇ ਸਗੋਂ ਅਸੀਂ ਰੇਪਸ ਵਧਾ ਰਹੇ ਹਾਂ, ਇਹ ਗਲਤ ਚੀਜ਼ ਵੱਲ ਤੁਰੇ ਹਾਂ। ਯਾਨੀ ਅਸੀਂ ਪ੍ਰਮੋਟ ਕਰਦੇ ਹਾਂ ਵੀ ਕਰੋ ਤਾਂ ਕਿ ਤੁਹਾਡੀ ਜੋ ਸੈਕਸੁਅਲ ਡਿਜ਼ਾਇਰ ਹੈ ਉਹ ਤੁਸੀਂ ਆਪਣੇ ਕਮਰੇ 'ਚ ਆਪ ਪੂਰੀ ਕਰ ਸਕੋ। ਅਤੇ ਅਸੀਂ ਪੁੱਠੇ ਵਾਲੇ ਪਾਸੇ ਤੁਰ ਗਏ ਵੀ ਤੂੰ ਬਚਪਨ ਦੀਆਂ ਤੇਰੀਆਂ ਨਾਦਾਨੀਆਂ, ਤੂੰ ਹੁਣ ਬਸ ਕਦੇ ਵੀ ਪਿਓ ਨਹੀਂ ਬਣ ਸਕਦਾ। ਸੋ ਉਹ ਬੱਚਾ ਚੰਗਾ ਭਲਾ ਹੁੰਦਿਆਂ ਹੋਇਆਂ ਵੀ ਕੁਝ ਨਹੀਂ ਕਰ ਸਕਦਾ। ਸੋ ਮਾਨਸਿਕ ਸਿਹਤ ਜਿਹੜੀ ਸਾਨੂੰ ਇਸ ਪਾਸੇ ਨੂੰ ਤੋਰ ਰਹੀ ਹੈ, ਪਰ ਇਹਦੇ ਭਿਆਨਕ ਅਸਲ 'ਚ ਜਿਹੜੇ ਸਾਹਮਣੇ ਆਉਣਗੇ ਨਤੀਜੇ, ਉਹ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦਿਆਂ ਜੇ ਸਮਾਂ 2 ਮਿੰਟ ਹੋਰ। ਜ਼ਰੂਰ। ਹੁਣ ਜਿਸ ਤਰੀਕੇ ਦੇ ਅਸੀਂ ਹਾਲ 'ਤੇ ਲਿਆਏ ਹਾਂ, ਅਤੇ ਅਸੀਂ ਜਿਵੇਂ ਦੇ ਏਜੰਟ ਖੜ੍ਹੇ ਕਰ ਦਿੱਤੇ ਨੇ ਸਪਰਮ ਵੇਚਣ ਵਾਲੇ, ਇਹ ਬਹੁਤ ਭਿਆਨਕ ਕੰਮ ਹੋਏਗਾ। ਕਿਉਂਕਿ ਸਾਡੇ ਪੰਜਾਬੀ ਬਹੁਤੇ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੇ, ਅਤੇ ਜਿੰਨੇ ਸਪਰਮ ਡੋਨੇਸ਼ਨ ਵਿੱਚ ਅਗਾਂਹ ਆ ਰਹੇ ਨੇ, ਬਹੁਤੇ ਸਾਡੇ ਪ੍ਰਵਾਸੀ ਵੀਰ ਨੇ ਜਿਹੜੇ ਇਸ ਪਾਸੇ ਵੱਲ ਨੂੰ ਤੁਰੇ ਹੋਏ ਨੇ। ਅੰਦਾਜ਼ਾ ਲਾ ਲਿਓ ਜਦੋਂ ਵੱਡੀ ਪੱਧਰ 'ਤੇ ਜੈਨੇਟਿਕ ਚੇਂਜ ਆਏਗੀ ਜਾਂ ਇਸ ਤਰੀਕੇ ਦੀ ਅੱਗੋਂ ਪੌਦ ਜਿਹੜੀ ਆਣੀ ਜੇ ਹੌਲੀ ਹੌਲੀ ਕਿਸ ਪਾਸੇ ਨੂੰ ਤੁਰੇਗੀ। ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣਗੀਆਂ, ਜੈਨੇਟਿਕ ਰੋਗ ਹੋਣਗੇ, ਉਹਨਾਂ ਦੀ ਸੋਚ 'ਚ ਜੋ ਵੀ ਉਹਨਾਂ ਦੇ ਵਿਕਾਸ ਵਿੱਚ, ਮਾਨਸਿਕ ਜਾਂ ਸਰੀਰਕ ਵਿਕਾਸ ਵਿੱਚ ਉਹਨਾਂ ਦੀ ਪਛਾਣ, ਆਈਡੈਂਟੀਟੀ, ਹਰ ਚੀਜ਼ ਵਿੱਚ ਫਰਕ ਆ ਜਾਣਾ ਜੇ। ਸੋ ਇਹ ਚੀਜ਼ ਆਪਾਂ ਕਹੀਏ ਜੇ ਉਹ 6 ਫੁੱਟੇ ਸਾਡੇ ਪੁੱਠੇ ਹੱਥ ਨਾਲ ਸਾਹਮਣੇ ਦੇ ਘੁੜਸਵਾਰ ਨੂੰ 2 ਹੱਥਾਂ ਨਾਲ ਵੱਢ ਦਿੰਦੇ ਸਨ, ਜਾਂ ਇੱਕ ਪੁੱਠੇ ਹੱਥ ਦੇ ਨਾਲ ਹੀ ਤਲਵਾਰ ਨਾਲ 2 ਹਿੱਸਿਆਂ 'ਚ ਵੱਢ ਦਿੰਦੇ ਸਨ, ਉਹ ਸਾਡੇ ਤਾਂ ਹੁਣ 4.5 ਫੁੱਟੇ ਆ ਕੇ ਆਉਣੇ ਸ਼ੁਰੂ ਹੋ ਗਏ ਨੇ।
ਕਿ ਦਿਸਦਾ ਨਹੀਂ ਸਾਰਿਆਂ ਨੂੰ ਕੀ ਹੋ ਰਿਹਾ। ਤਾਂ ਇਹ ਚੀਜ਼ਾਂ ਵੱਲ ਧਿਆਨ ਕਰੀਏ ਤਾਂ ਆਪਾਂ ਛੇਤੀ ਬਦਲ ਸਕਾਂਗੇ, ਨਹੀਂ ਤੇ ਇਹ ਕੰਮ ਵਾਕਈ ਨਿਗਾਰ ਵਾਲੇ। ਜੀ ਮੈਮ, ਬਹੁਤ ਬਹੁਤ ਧੰਨਵਾਦ ਇੰਨੀ ਡੂੰਘੀ ਜਾਣਕਾਰੀ ਦੇਣ ਦੇ ਲਈ। ਸੋ ਇਹ ਸਨ ਸਾਡੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ। ਸਕੂਲਾਂ ਦੇ ਵਿੱਚ ਇਸ ਤਰ੍ਹਾਂ ਗੱਲ ਕੀਤੀ ਜਾਂਦੀ ਹੈ ਕਿ ਨੌਜਵਾਨ ਬੱਚੇ ਬੱਚੀਆਂ ਨੂੰ ਇਹਨਾਂ ਦੇ ਬਾਰੇ ਜਾਗਰੂਕ ਕੀਤਾ ਜਾਏ, ਬਲਕਿ ਇਹ ਲੁਕੋ ਕੇ ਗੱਲਾਂ ਕਰਨ ਦੇ ਕਰਕੇ ਹੀ ਅਜਿਹੇ ਘਾਤਕ ਨਤੀਜੇ ਜਿਹੜੇ ਨੇ ਲਗਾਤਾਰ ਸਾਹਮਣੇ ਆ ਰਹੇ ਨੇ। ਸੋ ਕੋਸ਼ਿਸ਼ ਕਰੋ ਇਹਨਾਂ ਤੇ ਗੱਲ ਹੋਵੇ, ਔਰ ਸਾਡੀ ਇਹੀ ਕੋਸ਼ਿਸ਼ ਸੀ। ਸੋ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ। ਫਿਲਹਾਲ ਮੈਨੂੰ ਅਰਪਨ ਕੌਰ ਨੂੰ ਸਹਿਯੋਗੀ ਕੈਮਰਾਮੈਨ ਰਮਨੀਤ ਸਿੰਘ ਦੇ ਨਾਲ ਦਿਓ ਆਗਿਆ। ਧੰਨਵਾਦ।